ਹੈਲੋ ਸਟੂਡੈਂਟਸ, ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਅੱਜ ਦੀ ਕਲਾਸ ਦੇ ਵਿੱਚ। ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੇ ਜੋ ਸੀਰੀਜ਼ ਸਟਾਰਟ ਕੀਤੀ ਹੋਈ ਹੈ ਪੰਜਾਬ ਬੋਰਡ ਦੇ ਨਵੰਬਰ 2021 ਦੇ ਵਿੱਚ ਜੋ ਐਗਜ਼ਾਮ ਹੋਣੇ ਨੇ ਟਰਮ 1 ਦੇ, ਜਿਸ ਦੇ ਵਿੱਚ ਕੀ ਹੈ ਸਿਰਫ MCQ ਹੀ ਸਵਾਲ ਪੁੱਛੇ ਜਾਣਗੇ। ਤਾਂ ਉਹਨਾਂ ਦੀ ਅੱਜ ਕੀ ਹੈ 5th ਕਲਾਸ ਹੈ। ਇਸ ਤੋਂ ਪਹਿਲਾਂ ਜਿਹੜੀਆਂ ਪਿਛਲੀਆਂ ਕਲਾਸਾਂ ਨੇ ਉਹਨਾਂ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ। ਸੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੀ ਪੜਾਂਗੇ, ਕੰਟੀਨਿਊਟੀ ਐਂਡ ਡਿਫਰੈਂਸ਼ੀਏਬਿਲਿਟੀ ਚੈਪਟਰ ਜੋ ਤੁਹਾਡਾ 5th ਚੈਪਟਰ ਆ ਉਸ ਦੇ ਕੀ ਆ ਇੰਪੋਰਟੈਂਟ MCQ ਆਪਾਂ ਕੀ ਆ ਡਿਸਕਸ ਕਰਾਂਗੇ ਜੋ ਪੇਪਰ ਦੇ ਵਿੱਚ ਕੀ ਆ ਪੁੱਛੇ ਜਾ ਸਕਦੇ ਆ। ਸੋ ਪਹਿਲਾ ਸਵਾਲ ਕੀ ਦਿੱਤਾ ਹੋਇਆ ਦੇਖੋ ਕਿ ਦ ਡੈਰੀਵੇਟਿਵ ਆਫ tan π/2 ਮਾਈਨਸ x। tan π/2 ਮਾਈਨਸ x ਦਾ ਆਪਾਂ ਨੇ ਕੀ ਪਤਾ ਕਰਨਾ, ਡੈਰੀਵੇਟਿਵ ਪਤਾ ਕਰਨਾ। ਹੁਣ ਜਿਨ੍ਹਾਂ ਨੇ ਡੈਰੀਵੇਟਿਵ ਪੜ੍ਹਿਆ ਹੋਇਆ ਪਹਿਲਾਂ ਤਾਂ ਕਲਾਸ ਨੂੰ ਇੱਥੇ ਪੌਜ਼ ਕਰਕੇ ਇੱਕ ਵਾਰ ਦੇਖੋ ਕਿੰਨਾ ਆਨਸਰ ਆ ਇਸ ਦਾ ਆਏਗਾ, ਠੀਕ ਹੈ। ਉਸ ਤੋਂ ਬਾਅਦ ਕੀ ਕਲਾਸ ਨੂੰ ਕੰਟੀਨਿਊ ਕਰ ਲਓ ਤਾਂ ਕਿ ਕੀ ਤੁਸੀਂ ਆਪਣਾ ਜਿਹੜਾ ਆਨਸਰ ਆ ਉਹ ਮੈਚ ਕਰ ਲਓ। ਹੁਣ ਦੇਖੋ ਕਿਵੇਂ ਇਸ ਨੂੰ ਸੋਲਵ ਕਰਾਂਗੇ। ਸਭ ਤੋਂ ਪਹਿਲਾਂ ਕੀ ਆਪਾਂ ਬ੍ਰੈਕਟ ਨੂੰ ਸੋਲਵ ਕਰਾਂਗੇ, ਮਤਲਬ ਇਸ ਐਂਗਲ ਨੂੰ ਕਿਵੇਂ ਕਰਾਂਗੇ, tan π/2 ਮਾਈਨਸ ਥੀਟਾ। ਤਾਂ tan π/2 ਮਾਈਨਸ ਥੀਟਾ ਕੀ ਹੋ ਜਾਂਦਾ ਹੁੰਦਾ ਆਪਣੇ ਕੋਲ, cot ਥੀਟਾ ਹੋ ਜਾਂਦਾ ਹੁੰਦਾ। ਤੇ ਥੀਟਾ ਕੀ ਹੈ ਇੱਥੇ ਆਪਣੇ ਕੋਲ x, ਤਾਂ cot x ਹੋ ਜਾਏਗਾ। ਤੇ cot ਦਾ ਅੱਗੇ ਡੈਰੀਵੇਟਿਵ ਕੀ ਹੁੰਦਾ, ਕੋਸੀਕੈਂਟ ਸਕੇਅਰ x, ਤੇ ਅੱਗੇ ਕੀ ਲੱਗ ਜਾਂਦੀ ਹੁੰਦੀ ਆ ਮਾਈਨਸ, ਤਾਂ ਮਾਈਨਸ ਕੋਸੀਕੈਂਟ ਸਕੇਅਰ x ਕੀ ਆ ਜਾਏਗਾ, ਆਨਸਰ ਆ ਜਾਏਗਾ। ਤਾਂ ਬਿਲਕੁਲ ਸਿੰਪਲ ਜਿਹਾ ਸਮ। ਹੁਣ ਜ਼ਰੂਰੀ ਨਹੀਂ ਦੇਖੋ ਪੇਪਰ ਦੇ ਵਿੱਚ ਕਿ ਇਹੀ ਪੁੱਛਿਆ ਜਾਵੇਗਾ, ਇਸ ਦੇ ਨਾਲ ਦੇ ਸਿਮੀਲਰ ਕੁਐਸਚਨ ਆ ਜਿਹੜੇ ਉਹ ਪੁੱਛੇ ਜਾ ਸਕਦੇ ਆ ਪੇਪਰ ਦੇ ਵਿੱਚ। ਸੋ ਅਗਲੇ ਸਮ ਦੇ ਉੱਪਰ ਚੱਲਦੇ ਆਪਾਂ। ਕੀ ਦਿੱਤਾ ਹੋਇਆ ਦੇਖੋ ਇਸ ਦੇ ਵਿੱਚ ਕਿ ਇਫ log ਆਫ ਸੀਕੈਂਟ e⁻x ਅੱਗੇ ਉਹਦਾ ਕੀ ਆ ਸਕੇਅਰ, ਠੀਕ ਹੈ, e⁻x ਸਕੇਅਰ ਦਿੱਤਾ ਹੋਇਆ। ਐਂਡ ਇਸ ਦਾ ਵੀ ਕੀ ਕਰਨਾ ਆਪਾਂ ਨੇ dy/dx, ਮਤਲਬ ਡੈਰੀਵੇਟਿਵ ਆ ਜਿਹੜਾ ਉਹ ਪਤਾ ਕਰਨਾ। ਹੁਣ ਬੇਸ਼ੱਕ ਦੇਖਣ ਨੂੰ ਇਹ ਥੋੜ੍ਹਾ ਜਿਹਾ ਕੰਪਲੈਕਸ ਲੱਗ ਰਿਹਾ, ਪਰ ਤੁਸੀਂ ਜਿਵੇਂ ਜਿਵੇਂ ਸਟੈਪ ਬਾਏ ਸਟੈਪ ਆਪਾਂ ਡੈਰੀਵੇਟਿਵ ਕਰਦੇ ਹੁੰਦੇ ਆ ਉਸੇ ਤਰੀਕੇ ਨਾਲ ਕੀ ਕਰੋ, ਇਸ ਦਾ ਡੈਰੀਵੇਟਿਵ ਆ ਜਿਹੜਾ ਉਹ ਸੋਲਵ ਕਰਕੇ ਦੇਖੋ ਆਨਸਰ ਆ ਜਿਹੜਾ ਕਿੰਨਾ ਹੁੰਦਾ। ਇੱਕ ਵਾਰ ਖੁਦ ਟਰਾਈ ਕਰੋ, ਉਸ ਤੋਂ ਬਾਅਦ ਕੀ ਆਪਾਂ ਫਿਰ ਇਸ ਨੂੰ ਸੋਲਵ ਕਰਾਂਗੇ। ਦੇਖੋ ਕਿਵੇਂ ਡੈਰੀਵੇਟਿਵ ਕਰਦੇ ਹੁੰਦੇ ਆ। ਸਭ ਤੋਂ ਪਹਿਲਾਂ ਕਰਾਂਗੇ log ਦਾ ਡੈਰੀਵੇਟਿਵ, ਤੇ log ਦਾ ਡੈਰੀਵੇਟਿਵ ਹੁੰਦਾ 1/x। ਤੇ x ਆਪਣੇ ਕੋਲ ਕਿੰਨੀ ਆ, ਸਾਰਾ ਐਂਗਲ ਸੀਕੈਂਟ e⁻x ਸਕੇਅਰ ਇਨਟੂ, ਫਿਰ ਕਰਾਂਗੇ ਆਪਾਂ ਸੀਕੈਂਟ ਦਾ ਡੈਰੀਵੇਟਿਵ। ਹੁਣ ਸੀਕੈਂਟ ਦਾ ਡੈਰੀਵੇਟਿਵ ਕੀ ਹੁੰਦਾ, ਸੀਕੈਂਟ x, ਇੱਥੇ ਲਿਖ ਦਿੰਦਾ ਮੈਂ ਸੀਕੈਂਟ x ਇਨਟੂ tan x। ਤਾਂ ਸੀਕੈਂਟ e⁻x ਸਕੇਅਰ ਇਨਟੂ tan e⁻x ਸਕੇਅਰ ਇਨਟੂ, ਹੁਣ ਕੀ ਕਰਾਂਗੇ ਐਂਗਲ ਦੇ ਵਿੱਚ ਪਹਿਲਾਂ e ਦਾ ਡੈਰੀਵੇਟਿਵ ਕਰਾਂਗੇ। ਤਾਂ e ਦਾ ਡੈਰੀਵੇਟਿਵ ਕੀ ਹੋਏਗਾ ਦੇਖੋ ਸੇਮ ਹੁੰਦਾ ਆਪਣੇ ਕੋਲ, ਠੀਕ ਹੈ। ਤੇ ਜਦੋਂ ਕਰਾਂਗੇ x ਸਕੇਅਰ ਦਾ ਡੈਰੀਵੇਟਿਵ ਤਾਂ ਕੀ ਆ ਜਾਏਗਾ ਇਹ 2x। ਤਾਂ ਇਹ ਆਪਣਾ ਕੀ ਆ ਜਾਏਗਾ, ਆਨਸਰ ਆ ਜਾਏਗਾ। ਇਸ ਦੇ ਵਿੱਚ ਇਹ ਸੀਕੈਂਡ ਦੇ ਨਾਲ ਸੀਕੈਂਡ ਕੀ ਆ ਕੈਂਸਲ ਹੋ ਜਾਏਗਾ। ਤਾਂ ਇੰਨੀ ਕੁ ਸਟੇਟਮੈਂਟ ਬਚ ਗਈ। ਇਹ ਕੀ ਆ ਦੇਖ ਲਓ ਆਪਸ਼ਨ ਦੇ ਵਿੱਚ ਕਿੱਥੇ ਦਿੱਤਾ ਹੋਇਆ, ਦੇਖੋ ਆਪਣੇ ਕੋਲ ਇਹ ਡੀ ਆਪਸ਼ਨ ਦੇ ਵਿੱਚ ਦਿੱਤਾ ਹੋਇਆ ਕਿ 2x e⁻x ਸਕੇਅਰ ਤੇ ਨਾਲ ਕੀ ਹੈ tan e⁻x ਸਕੇਅਰ। ਤਾਂ ਇਸ ਤਰੀਕੇ ਦੇ ਨਾਲ ਕੀ ਆਪਾਂ ਸੋਲਵ ਕਰਾਂਗੇ। ਤੇ ਕਲਾਸ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਅੱਗੇ ਆਪਾਂ ਚੱਲਦੇ ਹਾਂ ਅਗਲੇ ਸਮ ਦੇ ਉੱਪਰ। ਹਾਂਜੀ, ਅਗਲੇ ਸਵਾਲ ਦੇ ਉੱਪਰ ਚੱਲਦੇ ਹਾਂ। ਕੀ ਦਿੱਤਾ ਹੋਇਆ ਦੇਖੋ ਕਿ ਇਫ y = √sin x ਪਲੱਸ ਅਗੇਨ √sin x ਪਲੱਸ sin x ਅਪ ਟੂ ਇਨਫਿਨਿਟੀ, ਦੈਨ ਆਪਾਂ ਨੇ ਕੀ ਫਾਈਂਡ ਕਰਨਾ, ਅਗੇਨ ਦੇਖੋ ਡੈਰੀਵੇਟਿਵ ਆ ਇਸ ਦਾ ਫਾਈਂਡ ਕਰਨਾ। ਹੁਣ ਜਿਨ੍ਹਾਂ ਨੂੰ ਪਤਾ ਦੇਖੋ ਕਿਵੇਂ ਆਪਾਂ ਇਸ ਨੂੰ ਸੋਲਵ ਕਰਦੇ ਹੁੰਦੇ ਆ, ਥੋੜ੍ਹਾ ਜਿਹਾ ਹਿੰਟ ਮੈਂ ਦੇ ਦਿੰਦਾ ਕਿ y = √sin x, ਜੋ ਵੈਲਿਊ ਰਿਪੀਟ ਹੋ ਰਹੀ ਆ ਉਹਨੂੰ ਆਪਾਂ ਕੀ ਲਿਖ ਲਾਂਗੇ, ਅਗੇਨ ਤੋਂ y ਹੀ ਲਿਖ ਲੈਂਦੇ ਹੁੰਦੇ ਆ ਇੱਥੇ, ਠੀਕ ਹੈ। ਤਾਂ ਫਸਟ ਸਟੈਪ ਇਹ ਹੋਏਗਾ। ਸੈਕੰਡ ਸਟੈਪ ਦੇ ਵਿੱਚ ਕੀ ਕਰਾਂਗੇ, ਦੋਨੋਂ ਸਾਈਡ ਕੀ ਕਰ ਦਿਓ, ਸਕੇਅਰ ਕਰ ਦਿਓ। ਤਾਂ ਸਕੇਅਰ ਦੇ ਨਾਲ ਕੀ ਆ ਰੂਟ ਕੱਟ ਜਾਏਗਾ, y ਸਕੇਅਰ, y ਪਲੱਸ ਦਾ ਲੈਫਟ ਹੈਂਡ ਸਾਈਡ ਜਾ ਕੇ ਕੀ ਹੋ ਜਾਏਗਾ ਮਾਈਨਸ ਦਾ = sin x। ਹੁਣ ਇਸ ਦਾ ਡੈਰੀਵੇਟਿਵ ਕਰ ਦਿਓ, ਡੈਰੀਵੇਟਿਵ ਕਰਕੇ ਦੇਖਦੇ ਹਾਂ ਕੀ ਆਨਸਰ ਇਸ ਦਾ ਆਏਗਾ। ਤਾਂ ਇੱਕ ਵਾਰ ਖੁਦ ਤੁਸੀਂ ਸੋਲਵ ਕਰਕੇ ਦੇਖ ਲਿਆ ਕਰੋ, ਦੇਖਿਆ ਕਰੋ ਕਿਹੜੀ ਆਪਸ਼ਨ ਕੀ ਆ ਤੁਹਾਡਾ ਆਨਸਰ ਆ ਰਿਹਾ ਹੈ। ਉਸ ਤੋਂ ਬਾਅਦ ਕੀ ਆਪਾਂ ਇਸ ਨੂੰ ਚੈੱਕ ਕਰਾਂਗੇ, ਠੀਕ ਹੈ। ਹੁਣ ਦੇਖੋ ਕਿਵੇਂ ਕਰਾਂਗੇ, ਪਹਿਲਾਂ y ਸਕੇਅਰ ਦਾ ਡੈਰੀਵੇਟਿਵ ਕਰੋ 2y ਇਨਟੂ y ਦਾ ਕਰਾਂਗੇ dy/dx, ਕਿਉਂਕਿ ਆਪਾਂ ਵਿਦ ਰਿਸਪੈਕਟ ਟੂ x ਡੈਰੀਵੇਟਿਵ ਕਰਦੇ ਹੁੰਦੇ ਹਾਂ। ਤੇ ਇੱਥੇ ਕੀ ਆ y ਦਾ ਕੀ ਆ ਜਾਏਗਾ, ਅਗੇਨ dy/dx = ਸਾਈਨ ਦਾ ਡੈਰੀਵੇਟਿਵ ਕਰਿਆ ਕਿੰਨਾ ਆ ਗਿਆ, cos x। ਹੁਣ ਦੋਨਾਂ 'ਚ dy/dx
कॉमन आ जाएगा तो की बच गया इत्थे 2y, इत्थे की बच जाएगा 1 बच जाएगा इक्वल टू आ जाएगा cos x। तो जिहड़ा 2y माइनस 1 आ ये की हो जाएगा इधर जाके डिवाइड हो जाएगा 2y माइनस 1, तो cos x अपॉन 2y माइनस 1 की आ जाएगा आंसर आ जाएगा। तो इस तरीके दे नाल कि आपां सॉल्व करांगे जे इदां दा सम कि पेपर दे विच आ जांदा। तो काफ़ी ईजी जे सामने काफ़ी जल्दी जल्दी कि अपना आंसर आ जिहड़ा ओह आ रहा है। ठीक है, चलते हैं अगले सवाल के उपर की दिता देखो डी अपॉन डी एक्स ब्रैकेट दे विच की है साइन इनवर्स एक्स प्लस कॉस इनवर्स एक्स। देखो कि मैं इसनूं सॉल्व करांगे, दो तरीके आ इस सम नूं सॉल्व करन दे, दोनों दस दिना मैं, पर पहला की है तुसीं खुद देखो ट्राई करके कितना आंसर तुहाडा आ रहा है इस दे विचों, किवें आपां इसनूं सॉल्व करांगे। ठीक है, फस्ट तो बिल्कुल ईजी मैथड आ, जे तुसीं ने इनवर्स ट्रिग्नोमैट्री पढ़ी हुई है सारिਆਂ ਨੂੰ उस दे विच फार्मूला हुंदा कि साइन इनवर्स एक्स प्लस कॉस इनवर्स एक्स ये किस दे इक्वल हुंदा पाई बाय 2 दे इक्वल। हुण पाई बाय 2 की है एक कॉन्सटेंट वैल्यू आ ते कॉन्सटेंट दा डेरीवेटिव कितना हुंदा 0। तो फस्ट मैथड का यह है, तो अपना आंसर की आ जाएगा बी ऑप्शन 0 आ जाएगा। जे इवें नहीं करना आप सैकेंड स्टैप के नाल करिए, सैकेंड मैथड के नाल करिए तो किवें करांगे। देखो साइन इनवर्स एक्स का हुण जे तुहानूं डेरीवेटिव पता होवे तां की हुंदा 1 अपॉन रूट 1 माइनस एक्स स्केयर, तो जे कॉस इनवर्स एक्स का पता होवे तां की हुंदा -1 अपॉन रूट 1 माइनस एक्स स्केयर। तो एक पॉजिटिव एक नैगेटिव की आ जाएगा 0 आ जाएगा। ठीक है, तो इस तरीके नाल भी आप सॉल्व कर सकते हैं, इस तरीके नाल भी अपना आंसर की आएगा 0 आएगा। हुण काफ़ी स्टूडेंट तो मिसटेक कर देंगे आ, इहदा भी जे तुसीं प्लस लिख दोगे तो 1 + 1 2 ये भी ऑप्शन दे विच दिता होया, जब कल्ला पाई बाय 2 लिख दिंदे आ ये भी की ऑप्शन दे विच दे रखिया, तो इदां दीयां मिसटेक ने जिहड़ियां ओह नहीं करनियां। सो चलदे हैं अगले सवाल के उपर, अगे भी की काफ़ी इंपॉर्टेंट सवाल ने आपां जिहड़े ओह डिस्कस करते हैं। हाँ जी, अगले सवाल के उपर चलते आप की दिता हुआ देखो हुण ये कंटीन्यूटी का सम आ कि इफ एफ एक्स इज इक्वल टू मॉडलस एक्स होवे दैन एफ डैश एक्स की होएगा। दसना आपां ने कि वह कंटीन्यूस होएगा ओनली एट सर्टेन पॉइंट्स या डिफरेंशिएबल होएगा एट ऑल पॉइंट्स या कंटीन्यूस होएगा फॉर ऑल वैल्यू ऑफ एक्स या नन ऑफ दीज। हुण जिन्हों ने पढ़ा हुआ देखो कंटीन्यूटी का तो उन्होंने पता होगा कि इसका आंसर है जिहड़ा वो आएगा। हुण इत्थे की आपां सिर्फ डिस्कशन ही कर रहे हैं, जे तुसीं चाहुंदे हो कि कंटीन्यूटी के उपर या किसी भी टॉपिक के उपर डिटेल वीडियो मैं बनावां तो नीचे तुसीं कॉमेंट सैक्शन दे विच की लिख सकते हो, वो मैं बना दूंगा। जे पूरा का पूरा चैप्टर तुहानूं चाहिदा तो चैप्टर भी की आपां करवा देंगे। सो फिलहाल इसका आंसर जिहड़ा आएगा वो आएगा कंटीन्यूस फॉर ऑल वैल्यू ऑफ एक्स। ठीक है, ये तुसीं याद रखना, याद रख सकते हो या जिन्हों ने पढ़िया होया पहला, क्योंकि अपने को इन्ना टाइम नहीं आपां कि सारा टॉपिक जो तुहानूं करवाइए वो एक अलग टॉपिक है। ठीक है, सो चलते हैं अगले सम के उपर की दिता है देखो कि द डेरीवेटिव ऑफ एक्स रेज टू पावर 6 विद रिस्पैक्ट टू एक्स क्यूब, कि एक्स रेज टू पावर 6 का डेरीवेटिव आपां फाइंड करना विद रिस्पैक्ट टू एक्स क्यूब के नाल। किवें फाइंड करांगे देखो, किवें पहला एक बार इनू सॉल्व करके देखो। आपां की करते हुंदे एक नूं यू या वी लैट कर लिया करो कुछ भी, कि एक नूं फॉर एग्जांपल यू लैट कर लिया एक्स रेज टू पावर 6, एक नूं वी लैट कर लिया एक्स क्यूब। हुण आपां ने की फाइंड करना डी यू अपॉन डी वी फाइंड करना, बट किवें पहला डी यू अपॉन डी एक्स पता करो, उस दे नाल डिवाइड कर दो डी वी अपॉन डी एक्स नूं, तो अपने को की आ आंसर आ जाएगा। हुण डी यू अपॉन डी एक्स की आएगा देखो 6 एक्स रेज टू पावर 5 आ जाएगा, तो डी वी अपॉन डी एक्स कितना आएगा 3x स्केयर। ठीक है, डी यू अपॉन डी एक्स फाइंड करया, डी वी अपॉन डी एक्स फाइंड करया, दोनों डिवाइड करया, कट के की आ जाएगा आंसर, ये आ जाएगा एक्स दी क्यूब, मतलब 2x क्यूब है जिहड़ा वो आंसर आ जाएगा, जो कि अपने को दिता होया डी ऑप्शन दे विच। तां डी ऑप्शन की होएगा करैक्ट आंसर। सो इस तरीके नाल कितों भी नहीं समझ आता देखो तो तुसीं नीचे लिख सकते हो। सो आपां चलदे हां अगले सम दे उपर। हाँ जी, सो अगले सवाल के उपर चलते हैं, तो नाल दी नाल जे क्लास वधिया लगदी तो अपने जिहड़े होर फ्रेंड ने उन्हां नाल जरूर जिहड़ी क्लास आओ शेयर कर दिया करो। सो
ਕੀ ਦਿੱਤਾ ਹੋਇਆ ਦੇਖੋ ਕਿ ਇਫ y ਇਜ਼ ਇਕੁਅਲ ਟੂ log sin x ਦੈਨ ਫਾਈਂਡ ਕੀ ਕਰਨਾ ਡੀ ਸਕੇਅਰ y ਅਪੋਨ ਡੀ ਐਕਸ ਸਕੇਅਰ। ਹੁਣ ਇੱਥੇ ਯਾਦ ਰੱਖਿਓ ਕਿ ਆਪਾਂ ਨੂੰ ਸੈਕੰਡ ਡੈਰੀਵੇਟਿਵ ਆ ਜਿਹੜਾ ਫਾਈਂਡ ਕਰਨ ਲਈ ਕਿਹਾ ਗਿਆ। ਸੋ ਸੈਕੰਡ ਡੈਰੀਵੇਟਿਵ ਆਪਾਂ ਫਾਈਂਡ ਕਰਾਂਗੇ ਕਿਵੇਂ, ਪਹਿਲਾਂ ਫਸਟ ਡੈਰੀਵੇਟਿਵ ਫਾਈਂਡ ਕਰੋ, ਜਿੰਨਾ ਆ ਗਿਆ ਉਸ ਤੋਂ ਸੈਕੰਡ ਡੈਰੀਵੇਟਿਵ। ਤਾਂ ਖੁਦ ਟਰਾਈ ਕਰਨਾ, ਇੱਕ ਵਾਰ ਤੁਸੀਂ ਖੁਦ ਟਰਾਈ ਕਰਕੇ ਦੇਖ ਸਕਦੇ ਹੋ ਕਿੰਨਾ ਆਨਸਰ ਜਿਹੜਾ ਇਸ ਦਾ ਆ ਰਿਹਾ ਹੈ ਕਿ y ਇਜ਼ ਇਕੁਅਲ ਟੂ log sin x। ਤਾਂ ਫਸਟ ਡੈਰੀਵੇਟਿਵ ਆਪਾਂ ਕਰਾਂਗੇ dy ਅਪੋਨ dx, ਜਿਹੜਾ ਕਿੰਨਾ ਆ ਜਾਏਗਾ ਆਪਣੇ ਕੋਲ log ਦਾ ਡੈਰੀਵੇਟਿਵ ਕਰਾਂਗੇ ਤਾਂ ਕੀ ਹੁੰਦਾ 1 ਅਪੋਨ x, ਮਤਲਬ x ਕੀ ਹੈ sin x, ਇਨਟੂ ਫਿਰ sin ਦਾ ਡੈਰੀਵੇਟਿਵ ਕਰਾਂਗੇ ਕਿੰਨਾ ਆ ਜਾਏਗਾ cos x, ਤੇ ਇਹ cos ਅਪੋਨ sin ਕੀ ਹੋ ਜਾਏਗਾ cot x। ਅਗੇਨ cot ਦਾ ਹੁਣ ਕੀ ਆ, ਕਿਉਂਕਿ ਸੈਕੰਡ ਡੈਰੀਵੇਟਿਵ ਆਪਾਂ ਨੇ ਪਤਾ ਕਰਨਾ, ਤਾਂ cot ਦਾ ਜਿਹੜਾ ਸੈਕੰਡ ਡੈਰੀਵੇਟਿਵ ਹੋਏਗਾ ਉਹ ਕਿੰਨਾ ਆ ਜਾਏਗਾ ਆਪਣੇ ਕੋਲ ਮਾਈਨਸ ਕੋਸਿਕੈਂਟ ਸਕੇਅਰ x, ਇਹ ਆ ਜਾਏਗਾ ਆਨਸਰ। ਸੋ ਮਾਈਨਸ ਕੋਸਿਕੈਂਟ ਸਕੇਅਰ x ਆਪਾਂ ਨੂੰ ਦਿੱਤਾ ਹੋਇਆ ਆਪਸ਼ਨ ਦੇ ਵਿੱਚ, ਬੀ ਆਪਸ਼ਨ ਕੀ ਆ ਜਾਏਗਾ ਆਪਣਾ ਕਰੈਕਟ ਆਨਸਰ। ਸੋ ਇਸ ਤਰੀਕੇ ਦੇ ਨਾਲ ਕੀ ਆ ਸੋਲਵ ਕਰਨਾ ਸੀ, ਬਿਲਕੁਲ ਈਜ਼ੀ ਜਿਹੀ। ਸਾਹਮਣੇ ਦੇਖੋ ਡੈਰੀਵੇਟਿਵ, ਜੇ ਤੁਹਾਨੂੰ ਡੈਰੀਵੇਟਿਵ ਕਰਨਾ ਹੁੰਦਾ, ਡੈਰੀਵੇਟਿਵ ਦੇ ਜਿਹੜੇ ਟਾਈਪਸ ਹੁੰਦੇ ਨੇ ਹਰ ਇੱਕ ਟਾਈਪ ਦੇ ਕੁਐਸਚਨ ਤੁਸੀਂ ਨੇ ਕੀਤੇ ਹੋਏ ਆ, ਤਾਂ ਬਿਲਕੁਲ ਈਜ਼ੀ ਜਿਹੇ ਕੁਐਸਚਨ ਹੀ ਜਿਹੜੇ ਆ ਪੇਪਰ ਦੇ ਵਿੱਚ ਪੁੱਛੇ ਜਾਂਦੇ ਆ। ਸੋ ਅਗਲੇ ਸਮ ਦੇ ਉੱਪਰ ਚੱਲਦੇ ਆਪਾਂ, ਕੀ ਦਿੱਤਾ ਹੋਇਆ ਕਿ ਇਫ x ਇਜ਼ ਇਕੁਅਲ ਟੂ a cos ਥੀਟਾ ਐਂਡ y ਇਜ਼ ਇਕੁਅਲ ਟੂ b sin ਥੀਟਾ, ਦੈਨ ਫਾਈਂਡ ਕੀ ਕਰੋ dy ਅਪੋਨ dx ਆਪਾਂ ਨੇ ਫਾਈਂਡ ਕਰਨਾ। ਹੁਣ ਸੇਮ ਚੀਜ਼ ਆ ਜਿਹੜਾ ਆਪਾਂ ਪਿਛਲੇ ਸਮ ਦੇ ਵਿੱਚ ਕੀਤਾ ਸੀ, ਪਹਿਲਾਂ ਕੀ ਕਰੋ dx ਅਪੋਨ d ਥੀਟਾ ਫਾਈਂਡ ਕਰ ਲਓ, ਫਿਰ ਕੀ ਕਰੋ dy ਅਪੋਨ d ਥੀਟਾ ਫਾਈਂਡ ਕਰ ਲਓ, ਫਿਰ ਕੀ ਕਰੋ ਦੋਨਾਂ ਨੂੰ ਡਿਵਾਈਡ ਕਰ ਦਿਓ ਆਪਸ ਦੇ ਵਿੱਚ, ਕੀ ਆ ਜਾਏਗਾ dy ਅਪੋਨ dx ਆ ਜਾਏਗਾ। ਤਾਂ ਕਿਵੇਂ ਸੋਲਵ ਕਰਾਂਗੇ ਦੇਖੋ, ਪਹਿਲਾਂ ਕੀ ਕਰੋ dx ਅਪੋਨ d ਥੀਟਾ, ਇੱਥੋਂ ਕੀ ਫਾਈਂਡ ਕਰ ਲਾਂਗੇ, ਜਾਂ ਇੱਧਰ ਹੀ ਮੈਂ ਲਿਖ ਦਿੰਦਾ dx ਅਪੋਨ d ਥੀਟਾ, ਜੋ ਆਪਣੇ ਕੋਲ ਕਿੰਨਾ ਆ ਜਾਏਗਾ a cos ਦਾ ਡੈਰੀਵੇਟਿਵ ਹੁੰਦਾ ਹੈ ਮਾਈਨਸ ਸਾਈਨ, ਤਾਂ ਮਾਈਨਸ a sin ਥੀਟਾ, ਫਿਰ ਆਪਾਂ ਫਾਈਂਡ ਕਰਾਂਗੇ dy ਅਪੋਨ d ਥੀਟਾ, ਜੋ ਕਿੰਨਾ ਹੋਏਗਾ ਆਪਣੇ ਕੋਲ b cos ਥੀਟਾ। ਬਾਅਦ 'ਚ ਕੀ ਕਰਾਂਗੇ ਦੋਨਾਂ ਨੂੰ ਡਿਵਾਈਡ ਕਰ ਦਾਂਗੇ। ਹੁਣ ਡਿਵਾਈਡ 'ਚ ਇਹ ਯਾਦ ਰੱਖਣਾ ਕਿ y ਹਮੇਸ਼ਾ ਕੀ ਆਪਾਂ ਉੱਪਰ ਰੱਖਾਂਗੇ, ਠੀਕ ਹੈ। ਜੋ ਆਪਾਂ ਕੀ ਆ y ਵਾਲੀ ਟਰਮ ਆਏਗੀ ਉਸ ਨੂੰ ਉੱਪਰ ਰੱਖਾਂਗੇ, x ਵਾਲੀ ਨੂੰ ਨੀਚੇ। ਤਾਂ ਦੇਖੋ ਕਿੰਨਾ ਆਨਸਰ ਆ ਜਾਏਗਾ ਇਹ ਕਿ dy ਅਪੋਨ dx, dy ਅਪੋਨ d ਥੀਟਾ ਜੋ ਆਇਆ b cos ਥੀਟਾ ਅਪੋਨ ਕੀ ਆਇਆ ਆਪਣੇ ਕੋਲ ਮਾਈਨਸ a sin ਥੀਟਾ, ਦੋਨਾਂ ਨੂੰ ਕੀ ਕਰੋ ਡਿਵਾਈਡ ਕਰਕੇ ਕਿੰਨਾ ਆ ਜਾਏਗਾ ਮਾਈਨਸ b ਅਪੋਨ a cos ਅਪੋਨ sin ਬਣ ਜਾਏਗਾ cot ਥੀਟਾ। ਤੇ ਇਹ ਆਪਣੇ ਕੋਲ ਕਿਹੜੀ ਆਪਸ਼ਨ ਦੇ ਵਿੱਚ ਦਿੱਤਾ ਹੋਇਆ, ਡੀ ਆਪਸ਼ਨ ਦੇ ਵਿੱਚ ਦਿੱਤਾ ਹੋਇਆ ਮਾਈਨਸ b ਅਪੋਨ a cot ਥੀਟਾ ਕੀ ਆ ਜਾਏਗਾ ਆਨਸਰ। ਸੋ ਇਸ ਤਰੀਕੇ ਨਾਲ ਕੀ ਆ ਸੋਲਵ ਕਰਾਂਗੇ। ਹੁਣ ਲਾਸਟ ਦੇ ਦੋ ਕੁਐਸਚਨ ਹਮੇਸ਼ਾ ਦੀ ਤਰ੍ਹਾਂ ਕੀ ਆ ਮੈਂ ਤੁਹਾਨੂੰ ਖੁਦ ਸੋਲਵ ਕਰਨ ਲਈ ਦੇਵਾਂਗਾ, ਜਿਨ੍ਹਾਂ ਦਾ ਆਨਸਰ ਕੀ ਆ ਤੁਸੀਂ ਖੁਦ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕੀ ਆ ਲਿਖੋਗੇ, ਠੀਕ ਹੈ। ਸੋ ਚੱਲਦੇ ਆਪਾਂ ਆਪਣੇ ਲਾਸਟ ਜਿਹੜੇ ਦੋ ਸਮ ਦੇ ਉੱਪਰ। ਹਾਂਜੀ, ਸੋ ਇਹ ਨੇ 9th ਤੇ 10th ਕੁਐਸਚਨ, ਜਿਨ੍ਹਾਂ ਨੂੰ ਤੁਸੀਂ ਖੁਦ ਸੋਲਵ ਕਰੋਗੇ। ਪਿਛਲੇ ਇਹਨਾਂ ਦੇ ਨਾਲ ਦੇ ਕੁਐਸਚਨ ਆਪਾਂ ਆਲਰੇਡੀ ਜਿਹੜਾ ਸੋਲਵ ਕਰ ਚੁੱਕੇ ਹਾਂ। ਸੋ ਦੇਖੋ ਕਿਹੜਾ ਆਨਸਰ ਇਹਨਾਂ ਦਾ ਆਏਗਾ, ਖੁਦ ਤੋਂ ਟਰਾਈ ਕਰੋ। ਜੇ ਨਹੀਂ ਵੀ ਸੋਲਵ ਹੋਣਗੇ ਤਾਂ ਕਿਸੇ ਸਮ ਦੇ ਵਿੱਚ ਕੋਈ ਵੀ ਤੁਹਾਨੂੰ ਕਿਸੇ ਵੀ ਪੁਆਇੰਟ 'ਤੇ ਪ੍ਰੋਬਲਮ ਆ ਤਾਂ ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਸੋ 9th ਦਾ ਅਤੇ ਡੀ ਦਾ ਕਿਹੜਾ ਆਪਸ਼ਨ ਜਿਹੜਾ ਆਨਸਰ ਆਏਗੀ ਉਹ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ। ਅਤੇ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ, ਮਿਲਦੇ ਹਾਂ ਆਪਾਂ ਅਗਲੀ ਕਲਾਸ ਦੇ ਵਿੱਚ। ਅਤੇ ਜੇ ਕਲਾਸ ਵਧੀਆ ਲੱਗਦੀ ਹੈ ਤਾਂ ਇਹਨੂੰ ਆਪਣੇ ਹੋਰ ਜਿਹੜੇ ਫਰੈਂਡ ਨੇ, ਹੋਰ ਜਿਹੜੇ ਤੁਹਾਡੇ ਯਾਰ ਦੋਸਤ ਨੇ, ਉਹਨਾਂ ਨਾਲ ਕੀ ਤੁਸੀਂ ਸ਼ੇਅਰ ਕਰ ਸਕਦੇ ਹੋ। ਅਤੇ ਕਲਾਸ ਦੇ ਵਿੱਚ ਕੋਈ ਵੀ ਚੀਜ਼ ਨਹੀਂ ਵਧੀਆ ਲੱਗਦੀ ਉਹ ਵੀ ਕਿ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਸੋ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਥੈਂਕ ਯੂ ਫॉर ਵਾਚਿੰਗ।